जो ਅੱਜ ਦੇ ਇਸ ਐਮਏ ਸੈਕੰਡ ਸਮੈਸਟਰ ਦੇ ਸੀਪੀਓ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਕਨਸੈਪਟ ਆਫ ਪੋਲਾਰਿਟੀ ਜਿਹੜਾ ਹੈ ਡਿਸਕਸ ਕਰ ਰਹੇ ਹਾਂ ਔਰ ਇਸ ਸੀਰੀਜ਼ ਦੇ ਵਿੱਚ ਪੋਲਾਰਿਟੀ ਦੀ ਸੀਰੀਜ਼ ਦੇ ਵਿੱਚ 6ਵਾਂ ਜਿਹੜਾ ਹੈਗਾ ਸਾਡਾ ਲੈਕਚਰ। ਸੋ ਅਸੀਂ ਪਿਛਲੇ 5 ਲੈਕਚਰਾਂ ਦੇ ਵਿੱਚ ਪੋਲਾਰਿਟੀ ਦੇ ਨਾਲ ਸੰਬੰਧਿਤ ਜਿਹੜੇ ਰਾਬਰਟ ਡਹਲ ਨੇ ਆਪਣੇ ਵਿਚਾਰ ਦਿੱਤੇ ਹੈ ਆਪਣੀਆਂ ਵੱਖ-ਵੱਖ ਪੁਸਤਕਾਂ ਦੇ ਵਿੱਚ ਉਹਦੇ ਬਾਰੇ ਜਿਹੜੀ ਅਸੀਂ ਚਰਚਾ ਕਰਦੇ ਹਾਂ। ਠੀਕ ਹੈ ਜੀ, ਇਹ ਕੁਐਸਚਨ ਅਸੀਂ ਪੂਰਾ ਡਿਟੇਲ 'ਚ ਪਹਿਲੇ ਡਿਸਕਸ ਕੀਤਾ, ਮੈਂ ਤੁਹਾਨੂੰ ਸਮਝਾਇਆ ਸੀਗਾ ਕੁਐਸਚਨ ਸਾਰਾ। ਤੇ ਆਪਾਂ ਇਸ ਕੁਐਸਚਨ ਨੂੰ ਜਿਹੜਾ ਹੈ ਕਿਉਂਕਿ ਇਹ ਮੈਂ ਬਹੁਤ ਜਿਹੜੇ ਵਧੀਆ ਜਿਹੜੇ ਨੋਟਸ ਹੈਗੇ ਆ ਉਹ ਬਣਾਏ ਸੀ ਇਸ ਕੁਐਸਚਨ ਉੱਤੇ, ਜਿਹੜੇ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਲਿਖਾ ਰਿਹਾ। ਠੀਕ ਹੈ, ਅਸੀਂ ਪ੍ਰੀਫੇਸ ਟੂ ਡੈਮੋਕ੍ਰੈਟਿਕ ਥਿਊਰੀ ਦੇ ਵਿੱਚ ਜਿਹੜੀਆਂ ਡਹਲ 8 ਕੰਡੀਸ਼ਨਾਂ ਦਾ ਵਰਣਨ ਕਰਦਾ ਹੈ, ਠੀਕ ਹੈ ਜੀ, ਉਹਦੇ ਬਾਰੇ ਜਿਹੜੀ ਅਸੀਂ ਡਿਸਕਸ਼ਨ ਜਿਹੜੀ ਹੈ ਉਹ ਕਰ ਰਹੇ ਹਾਂ। ਠੀਕ ਹੈ, ਮੈਂ ਹੁਣ ਤੁਹਾਨੂੰ ਜਿਹੜਾ ਹੈਗਾ ਕੱਲ ਅਸੀਂ ਇਹਦੇ ਵਿੱਚ ਜਿਹੜੇ ਹੈ 4 ਪੁਆਇੰਟ ਜਿਹੜੇ ਆ ਅਸੀਂ ਲਿਖੇ ਸੀਗੇ ਤੇ ਅੱਜ ਦੇ ਕੰਮ ਦੇ ਵਿੱਚ ਅਸੀਂ ਉਸ ਕੰਮ ਨੂੰ ਜਿਹੜਾ ਅੱਗੇ ਵਧਾਉਂਦਿਆਂ ਹੋਇਆਂ ਜਿਹੜਾ ਹੈ ਚੌਥਾ ਪੁਆਇੰਟ ਅਸੀਂ ਜਿਹੜਾ ਹੈਗਾ ਲਿਖਾਂਗੇ। ਮੈਂ ਤੁਹਾਡੇ ਨਾਲ ਇੱਕ ਜਿਹੜਾ ਹੈ ਡਾਕੂਮੈਂਟ ਸ਼ੇਅਰ ਕਰਨ ਲੱਗਾ ਹੈਗਾ, ਇਹ ਪੰਜਾਬੀ ਦੇ ਵਿੱਚ ਹੈਗਾ, ਮੈਂ ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਭੇਜ ਵੀ ਦਵਾਂਗਾ। ਠੀਕ ਹੈ ਜੀ, ਜਾਂ ਤੁਸੀਂ ਮੇਰੇ ਤੋਂ ਜਦੋਂ ਵੀ ਤੁਹਾਨੂੰ ਕਾਲਜ ਲੱਗਦੇ ਆ ਜਾਂ ਸਟੂਡੈਂਟ ਨੂੰ ਜਦੋਂ ਕਾਲ ਕਰਦੇ ਆ ਅਸੀਂ ਉਸ ਵੇਲੇ ਤੁਸੀਂ ਮੇਰੇ ਕੋਲ ਇਹਦੀ ਫੋਟੋ ਕਾਪੀ ਲੈ ਸਕਦੇ ਹੋ, ਜਾਂ ਕੋਈ ਵੀ ਬੱਚਾ ਯਾਰ ਆ ਕੇ ਇੱਕ ਜਣਾ ਆ ਕੇ ਮੇਰੇ ਕੋਲ ਨੋਟਸ ਲੈ ਜਾਵੇ ਤੇ ਤੁਸੀਂ ਉਹਨੂੰ ਬਾਅਦ ਦੇ ਵਿੱਚ ਫੋਟੋ ਸਟੱਡੀ ਜਿਹੜਾ ਹੈਗਾ ਕਰਾ ਸਕਦੇ। ਠੀਕ ਹੈ ਜੀ, ਹੁਣ ਇਹਦੇ ਵਿੱਚ ਜਿਹੜਾ ਹੈ ਚੌਥੀ ਤੁਸੀਂ ਜਿਹੜਾ ਹੈ ਕੰਡੀਸ਼ਨ ਲਿਖੋ। ਪਹਿਲਾਂ ਮੈਂ ਇੰਗਲਿਸ਼ ਲਿਖਾਊਂਗਾ ਫਿਰ ਪੰਜਾਬੀ ਦੇ ਵਿੱਚ ਜਿਹੜਾ ਹੈ ਉਹ ਲਿਖਾਊਂਗਾ। ਦੇਖੋ ਜੀ, any member who perceives the set of alternatives comma at least one of which he regards preferable he regards preferable to any other alternative presently scheduled can assert his preferred alternative among those scheduled for voting तो की कहना चाहता है रॉबर्ट डहल ਜਿਹੜੀ ਚੌਥੀ ਕੰਡੀਸ਼ਨ ਬਾਰੇ ਜਿਹੜੀ ਗੱਲ ਕਰ ਰਿਹਾ ਹੈ ਉਹ ਕਹਿ ਰਿਹਾ ਕਿ ਜਿਹੜਾ ਹਰ ਕੋਈ ਵੀ ਮੈਂਬਰ ਹੁੰਦਾ ਹੈ ਉਹਦੇ ਕੋਲ ਬਹੁਤ ਸਾਰੇ ਜਿਹੜੇ ਹੈ ਆਲਟਰਨੇਟਿਵ ਹੁੰਦੇ ਆ, ਬਹੁਤ ਸਾਰੀਆਂ ਚੋਇਸਿਸ ਹੁੰਦੀਆਂ ਹੈ। ਠੀਕ ਹੈ, ਔਰ ਉਹ ਉਹਨਾਂ ਆਲਟਰਨੇਟਿਵ ਦੇ ਵਿੱਚੋਂ ਕੋਈ ਆਲਟਰਨੇਟਿਵ ਨੂੰ ਜਿਹੜਾ ਹੈ ਸਿਲੈਕਟ ਜਿਹੜਾ ਹੈਗਾ ਕਰ ਸਕਦਾ ਹੈ ਔਰ ਉਹਦੇ ਅਨੁਸਾਰ ਆਪਣਾ ਜਿਹੜਾ ਹੈ ਨਿਰਣੇ ਲੈ ਸਕਦਾ। ਜੋ ਅਗਰ ਇਹਨੂੰ ਆਪਾਂ ਬਹੁਤ ਜਿਹੜੀ ਸਿੰਪਲ ਭਾਸ਼ਾ ਦੇ ਵਿੱਚ ਦੱਸੀਏ ਇਹਦਾ ਜਿਹੜਾ ਅਰਥ ਹੈ, ਹੁਣ ਪੰਜਾਬੀ ਦੇ ਵਿੱਚ ਲਿਖ ਲਓ, ਕੋਈ ਵੀ ਮੈਂਬਰ ਜਿਹੜਾ ਵਿਕਲਪਾਂ ਦੇ ਸਮੂਹ ਨੂੰ ਵੇਖਦਾ ਹੈ ਵਿਕਲਪਾਂ ਦੇ ਸਮੂਹ ਨੂੰ ਵੇਖਦਾ ਹੈ ਕਾਮਾ ਜਿਸ ਵਿੱਚੋਂ ਘੱਟ ਤੋਂ ਘੱਟ ਉਹ ਮੌਜੂਦਾ ਸਮੇਂ ਅਨੁਸਾਰ ਜਾਂ ਮੌਜੂਦਾ ਸਮੇਂ ਦੇ ਤਹਿਤ ਜਾਂ ਅਨੁਸਾਰ ਕੀਤੇ ਗਏ ਕਿਸੇ ਵੀ ਵਿਕਲਪ ਨੂੰ ਤਰਜੀਹ ਦੇ ਤੌਰ ਤੇ ਮੰਨਦਾ ਹੈ। ਵੋਟ ਪਾਉਣ ਲਈ ਨਿਰਧਾਰਿਤ ਕੀਤੇ ਗਏ ਵਿਅਕਤੀਆਂ ਵਿੱਚ ਆਪਣਾ ਪਸੰਦੀਦਾ ਵਿਕਲਪ ਚੁਣ ਸਕਦਾ ਹੈ। ठीक है जी, अगला पॉइंट, पंचवा पॉइंट, all individuals possess
All individuals possess identical information about alternatives. Identical information about alternatives. About alternatives. ਇਹਨੂੰ ਪੰਜਾਬੀ ਦੇ ਵਿੱਚ ਲਿਖ ਲਓ ਬ੍ਰੈਕਟ ਸਾਰੇ ਵਿਅਕਤੀ ਵਿਕਲਪਾਂ ਬਾਰੇ ਇੱਕੋ ਜਿਹੀ ਜਾਣਕਾਰੀ ਰੱਖਦੇ ਹਨ ਇੱਕੋ ਜਿਹੀ ਜਾਣਕਾਰੀ ਰੱਖਦੇ ਹਨ next point the orders of elected officials are executed छठवां point है the orders of elected officials are executed executed लिखो जी पंजाबी ਚ लिखो अधिकारियों द्वारा ਦਿੱਤੇ ਗਏ ਨਿਰਦੇਸ਼ਾਂ ਨੂੰ ਅਧਿਕਾਰੀਆਂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਂਦਾ ਹੈ ਲਾਗੂ ਕੀਤਾ ਜਾਂਦਾ ਹੈ ਲਾਗੂ ਕੀਤਾ ਜਾਂਦਾ ਹੈ अगला पॉइंट either all the inter selection decisions are subordinate or execute executory to those arrived at during election stage example elections are in the sense controlling dot comma or new decisions during inter re-election period are governed by are governed by are governed by because they are governed by the preceding seven conditions, comma, operating, comma, however, under rather different institutional circumstances, comma, or both. ठीक है जी देखो आगे यहाँ देखो जी ज्यादा ਜਾਂ ਤਾਂ ਸਾਰੇ ਵਿਚਾਰ ਵਟਾਂਦਰੇ ਜਾਂ ਤਾਂ ਸਾਰੇ ਵਿਚਾਰ ਵਟਾਂਦਰੇ ਦੇ ਫੈਸਲੇ ਅਧੀਨ ਹੁੰਦੇ ਹਨ फैसले अधीन एक मिनट में जरा डॉक्यूमेंट चेक कर लें
एक मिनट। एक मिनट। एक मिनट। ਉਹਨੂੰ ਕੱਟ ਲਓ ਸਾਰਿਆਂ ਨੂੰ, ਦੁਬਾਰਾ ਤੋਂ ਲਿਖੋ। चुने हुए चुने हुए चुने हुए चुने हुए अहुदे ते बैठे अधिकारियों के आदेशों का पालन किया जाता है, आदेशों का पालन किया जाता है, या सारिਆਂ ਨੂੰ दोबारा चुने जान के संदर्भ विच चुने जान के संदर्भ विच सारे निर्णय अधीन हुंदे हैं, उन्होंने अधीन हुंदे हैं, या चुनावी चरण के दौरान किए गए फैसलियां ते अमल करते हैं, उदाहरण के तौर पर चुनाव एक तरह का नियंत्रण करने वालियां दा हुंदा है, चुनाव एक तरह के नियंत्रण करने वालियां दा हुंदा है, या अंतर चुनाव समय के दौरान नवे फैसलियां का आधार पहलियां 7 स्थितियां द्वारा निश्चित किया जाता है, पहलियां 7 स्थितियां द्वारा निश्चित किया जाता है। हालांकि अलग अलग संस्थावां अलग अलग परिस्थितियों में ये लोग काम करते हैं, या दोनों में, हिंदी वाले भी लिख लो, हिंदी जिन्हों का हिंदी मीडियम है स्टूडेंट्स का वो भी लिख लो, क्योंकि ये थोड़ा जहा शब्दावली का जोड़ा अंतर आ जाना पंजाबी और हिंदी के। निर्वाचित अधिकारियों के आदेशों का पालन किया जाता है, या सभी अंत निर्वाचन निर्णय अधीनस्थ होते हैं, सभी अंतर निर्वाचन निर्णय अधीनस्थ होते हैं, या चुनावी चरण के दौरान किए गए निर्णयों पर अमल करते हैं, कौमा
यानी चुनाव एक तरह से यानी चुनाव एक तरह से नियंत्रण करने वालों के होते हैं, नियंत्रण करने वालों के होते हैं, या अंतर चुनाव अवधि के दौरान या अंतर चुनाव अवधि के दौरान नए निर्णय पूर्ववर्ती नए निर्णय पूर्ववर्ती सात स्थितियों द्वारा शासित होते हैं, सात स्थितियों द्वारा शासित होते हैं। हालांकि हालांकि अलग अलग संस्थागत परिस्थितियों में काम करते हैं, डॉट पाके कॉमा पाओ, अथवा दोनों पूर्ण विराम। तो लिखो जी, आगे लिखो। डहल ने इंग्लिश में लिख लो, डहल hypothesized that each of these conditions can be quantified and suggested the term polarity and suggested the term polarity to describe an organization that scores high on the scales that scores high on the scales for all eight conditions। ठीक है जी, इतने तक लिख लिया। ਹੁਣ ਇਹਨੂੰ ਹਿੰਦੀ ਦੇ ਵਿੱਚ ਲਿਖ ਲਓ ਤੇ ਪੰਜਾਬੀ ਦੇ ਵਿੱਚ ਦੋਨਾਂ ਚ ਲਿਖ ਲਓ। ਡਹਿਲ ਨੇ ਪਹਿਲੇ ਪੰਜਾਬੀ ਚ ਲਿਖ ਲਓ। ਡਹਿਲ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਸੀ ਡਹਿਲ ਨੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਸੀ ਕਿ ਇਹਨਾਂ ਸਥਿਤੀਆਂ ਵਿੱਚ ਹਰ ਇੱਕ ਦੀ ਮਾਤਰਾ ਨਿਸ਼ਚਿਤ ਕੀਤੀ ਜਾ ਸਕਦੀ ਹੈ ਅਤੇ ਇੱਕ ਸੰਗਠਨ ਦਾ ਵਰਣਨ ਕਰਨ ਲਈ ਬਹੁਤੰਤਰ ਸ਼ਬਦ ਦਾ ਸੁਝਾਅ ਦਿੱਤਾ ਗਿਆ ਹੈ ਜਿਹੜਾ ਕਿ ਸਾਰੀਆਂ 8 ਸਥਿਤੀਆਂ ਲਈ ਪੈਮਾਨੇ ਉੱਤੇ ਉੱਚ ਸਕੋਰ ਕਰਦਾ ਹੈ। ਡਹਲ ਨੇ ਬਹੁਸ਼ਾਸਨ ਨੂੰ ਇੱਕ ਐਸੀ ਪ੍ਰਣਾਲੀ ਦੇ ਰੂਪ ਵਿੱਚ ਦੇਖਿਆ ਹੈ ਜੋ ਆਪਣੇ ਨਾਗਰਿਕਾਂ ਨੂੰ ਉੱਚ ਸਤਰ ਅਤੇ ਸੌਮੀ ਵੈਸ਼ਿਕਤਾ ਅਤੇ ਉੱਚ ਸਤਰ ਤੇ ਉਦਾਰੀਕਰਨ ਦੀ ਪੂਰਤੀ ਕਰਨ ਵਾਸਤੇ प्रतिबद्ध करती है। ठीक है जी, उन्हें हिंदी ਦੇ ਵਿੱਚ ਲਿਖ ਲਓ। डहल ने इस बात का अनुमान लगाया था कि इन स्थितियों में से एक प्रत्येक मात्रा में निर्धारित की जा सकती है और संगठन का वर्णन करने के लिए बहुतंत्र शब्द
बहुतंत्र शब्द का सुझाव दिया, बहुतंत्र शब्द का सुझाव दिया जो सभी 8 स्थितियों के लिए, जो सभी 8 स्थितियों के लिए पैमाने पर, के लिए पैमाने पर उच्च स्कोर करता है, उच्च स्कोर करता है। डाहल ने बहुशासन को एक ऐसी प्रणाली के रूप में देखा है, शासन को एक ऐसी प्रणाली के रूप में देखा है जो अपने नागरिकों को उच्च स्तर की सैम वैश्विकता और उच्च स्तर के उदारीकरण की आपूर्ति करने का प्रबंधन करती है, प्रबंधन करती है। ठीक है जी, ये चीज़ां रॉबर्ट डाहल ने जी अपनी पुस्तक लिखी सी द प्रीवियस टू डेमोक्रेटिक थ्योरी, ਉਹਦੇ ਵਿੱਚ ਉਹਦਾ ਇਹ ਮੰਨਣਾ ਹੈ ਕਿ ਜੇ ਲੋਕ ਇਹਨਾਂ 8 ਸਥਿਤੀਆਂ ਦੀ ਪੂਰਤੀ ਕਰੋਗੇ ਜਾਂ 8 ਸਥਿਤੀਆਂ ਨੂੰ ਇੱਕ ਸੰਸਥਾ ਦੇ ਵਿੱਚ ਉਹਦੀ ਪੂਰਤੀ ਕਰੋਗੇ ਤਾਂ ਇਹੋ ਜਿਹੀ ਸੰਸਥਾ ਨੂੰ ਅਸੀਂ ਜਿਹੜਾ ਹੈ ਉਹ ਅਸੀਂ ਜਿਹੜਾ ਬਹੁਸ਼ਾਸਨੀ ਵਿਵਸਥਾ ਜਿਹੜੀ ਹੈ ਉਹ ਅਸੀਂ ਕਹਿ ਸਕਦੇ। ਠੀਕ ਹੈ ਜੀ, ਹੁਣ ਲਿਖੋ अगला लिखो, डाहल ने लिखो, डाहल ने अनुसार बहुशासन दियां 8 शर्तां, बहुशासन दियां 8 शर्तां। डाहल ने अपनी दूसरी पुस्तक डेमोक्रेसी एंड इट्स क्रिटिक्स विच बहुशासन दियां विशेषताएं, बहुशासन दियां विशेषताएं ਅਤੇ बहुशासन दियां सब शर्तां ਦਾ ਵਰਣਨ ਕੀਤਾ ਹੈ, शर्तां ਦਾ ਵਰਣਨ ਕੀਤਾ ਹੈ ਜਿਹਦੇ ਵਿੱਚ ਬਹੁਸ਼ਾਸਨੀ ਪ੍ਰਣਾਲੀ ਕੰਮ ਕਰ ਸਕਦੀ ਹੈ, ਜਿਹਦੇ ਵਿੱਚ ਬਹੁਸ਼ਾਸਨੀ ਪ੍ਰਣਾਲੀ ਕੰਮ ਕਰ ਸਕਦੀ ਹੈ। ਠੀਕ ਹੈ, ਇਸ ਨੂੰ 7 ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹ ਤੁਸੀਂ ਜਿਹੜਾ देखो जी, पहले हेडिंग दो, Dahl's 7 sets of conditions, Dahl's 7 set of conditions for polarity are हिंदी पंजाबी से हेडिंग में लिख लो ब्रैकेट। डाहल की बहुसत्ता के लिए, डाहल की बहुसत्ता के लिए शर्तों के साथ सेट, शर्तों के साथ सेट। ठीक है जी, पहले हिंदी वाले लिखोगे जिन्होंने हिंदी मीडियम आ वो लिखोगे ब्रैकेट से तुसी अंग्रेजी दे विच भी जेड़ा हैगा लिखना, फिर मैं बाद पंजाबी वाला नु। ठीक है जी, लिखो हिस्टोरिकल सीक्वेंस, peaceful evolution with an independent nation state, ऐतिहासिक अनुक्रम, 2 विधियां, एक स्वतंत्र राष्ट्रीय राज के भीतर
शांतिपूर्ण विकास, के भीतर शांतिपूर्ण विकास। दूसरा पॉइंट है, सेकंड पॉइंट, सोशो इकोनॉमिक ऑर्डर कंसंट्रेशन। सोशो इकोनॉमिक ऑर्डर कंसंट्रेशन, a competitive regime cannot be maintained in a country, cannot be maintained in a country where military forces, sorry, where military forces are accustomed to intervene, to intervene। हाँ जी, हिंदी से लिख लो। सामाजिक आर्थिक व्यवस्था सकेंद्रीकरण, सकेंद्रीकरण, दो दुनिया का हो, एक प्रतिशत, एक प्रतिस्पर्धा शासन, एक प्रतिस्पर्धा शासन को उस देश में नहीं रखा जा सकता, उस देश में नहीं रखा जा सकता जहां सैन्य बल हस्तक्षेप, जहां सैन्य बल हस्तक्षेप करने का करने के आदी हैं, जहां सैन्य बल हस्तक्षेप करने के आदी हैं। जिदा पाकिस्तान ਦੇ ਵਿੱਚ ਹੁੰਦਾ ਹੈ, पाकिस्तान में जो डेमोक्रेसी आती है तो थोड़े समय के बाद फिर उत्थे ਜਿਹੜਾ ਹੈ ਜਿਹੜੀ ਮਿਲਟਰੀ ਹੈ ਉੱਥੇ ਦੀ ਜਿਹੜੀ ਸੈਨਾ ਹੈ ਉਹ ਉਹਦਾ ਤਖਤਾ ਪਲਟ ਦਿੰਦੀ ਹੈ ਸਰਕਾਰ ਦਾ, ਤੇ ਆਪ ਜਿਹੜਾ ਮਿਲਟਰੀ ਦਾ ਜਨਰਲ ਹੁੰਦਾ ਹੈ ਉਹ ਸੱਤਾ ਦੇ ਵਿੱਚ ਕਾਬਜ਼ ਹੁੰਦਾ। ਜਿੱਦਾਂ 2000 ਦੇ ਵਿੱਚ ਹੋਇਆ ਸੀਗਾ, ਜਦੋਂ ਇੱਕ ਇਲੈਕਟਿਡ ਗਵਰਨਮੈਂਟ ਨੂੰ ਜਿਹੜੇ ਜਨਰਲ ਪਰਵੇਜ਼ ਮੁਸ਼ਰਫ ਸੀ ਉਸ ਵੇਲੇ ਆਰਮੀ ਦਾ ਚੀਫ, ਉਹਨੇ ਉਹਦਾ ਤਖਤਾ ਪਲਟ ਕੇ ਜਿਹੜਾ ਉਹ ਆਪ ਸੀਗਾ ਉਹ ਗੱਦੀ ਉੱਤੇ ਬਹਿ ਗਿਆ ਸੀ, ਤੇ ਉਹਨੇ ਜਿਹੜਾ ਸੀਗਾ ਪਾਕਿਸਤਾਨ ਉੱਤੇ ਜਿਹੜਾ ਸੀਗਾ 9 ਸਾਲਾਂ ਤੱਕ ਜਿਹੜਾ 2009-10 ਤੱਕ ਉਹਨੇ ਜਿਹੜਾ ਸੀਗਾ ਰਾਜ ਕੀਤਾ। ਸੋ ਇਹਦੀ ਗੱਲ ਜਿਹੜਾ ਹੈ ਰਾਬਰਟ ਹਲ ਉੱਤੇ ਜਿਹੜਾ ਹੈ ਕਰਦਾ। ਠੀਕ ਹੈ ਜੀ, ਹੁਣ ਲਿਖੋ ਜੀ ਅਗਲਾ ਥਰਡ ਪੁਆਇੰਟ, पहले इंग्लिश लिख लो फिर ब्रैकेट्स हिंदी। सोशो इकोनॉमिक ऑर्डर, लेवल ऑफ डेवलपमेंट, लेवल ऑफ डेवलपमेंट, प्रोवाइड लिटरेसी, एजुकेशन, कम्युनिकेशन, सोशल इकोनॉमिक ऑर्डर ऑफ इंडिया, लेवल ऑफ डेवलपमेंट। ਇਹਦੇ ਵਿੱਚ ਪਹਿਲਾ ਪੁਆਇੰਟ ਅੱਗੇ ਸਬ ਪੁਆਇੰਟ ਜਿਹੜਾ ਪਹਿਲਾ ਸਬ ਪੁਆਇੰਟ, प्रोवाइड लिटरेसी, एजुकेशन, communication, create a pluralistic social order। Second point is create a pluralistic social order। Third, prevent inequality, prevent inequality, bracket हिंदी ਦੇ ਵਿੱਚ ਲਿਖੋ। ਪੰਜਾਬੀ ਵਾਲਿਆਂ ਨੂੰ ਮੈਂ ਬਾਅਦ ਚ ਲਿਖਾਣਾ ਹੈ ਕਿਉਂਕਿ ਜਿਹੜੀ ਹਿੰਦੀ ਦੀ ਟ੍ਰਾਂਸਲੇਸ਼ਨ ਹੈ ਔਰ ਪੰਜਾਬੀ ਦੀ ਜਿਹੜੀ ਟ੍ਰਾਂਸਲੇਸ਼ਨ ਹੁੰਦੀ ਹੈ ਉਹਦੇ ਵਿੱਚ ਥੋੜਾ ਜਿਹਾ ਅੰਤਰ ਹੁੰਦਾ ਹੈ। ਠੀਕ ਹੈ ਜੀ, ਜਿਹੜੇ ਵਰਡਸ ਹੈਗੇ ਆ, ਵਰਡਸ ਦਾ ਜਿਹੜਾ ਥੋੜਾ ਜਿਹਾ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਅੰਤਰ ਜਿਹੜਾ ਹੋਊਗਾ। ਠੀਕ ਹੈ ਜੀ, ਹੁਣ ਥਰਡ ਪੁਆਇੰਟ ਤੁਸੀਂ ਲਿਖੋ, ਸਮਾਜਿਕ ਹਿੰਦੀ ਦੇ ਵਿੱਚ ਸਮਾਜਿਕ ਆਰਥਿਕ ਵਿਵਸਥਾ, ਨਹੀਂ ਥਰਡ ਪੁਆਇੰਟ सॉरी सेकंड पॉइंट का खाना तो इसमें सामाजिक आर्थिक व्यवस्था, सामाजिक आर्थिक व्यवस्था दो बिंदियां, विकास का स्तर, विकास का स्तर स्तर स्तर, पहला साक्षरता, शिक्षा, संचार प्रदान करना, पहला पॉइंट है तीसरे का पहला पॉइंट। हूँ दूसरा पॉइंट, एक बहुलवादी सामाजिक व्यवस्था बनाए, एक बहुलवादी सामाजिक व्यवस्था बनाए। ठीक है, थर्ड पॉइंट ये है असमानताओं को रोके, असमानताओं को रोके। ठीक है, चौथा पॉइंट लिखो जी, पहले अंग्रेजी से लिख लो फिर हिंदी से लिख लो। इक्वालिटीज एंड इनइक्वालिटीज, इक्वालिटीज एंड इनइक्वालिटीज, ਇਹਦੇ ਵਿੱਚ ਪਹਿਲਾ ਪੁਆਇੰਟ ਅਗਲੇ ਆਣਾ ਸਬ ਪੁਆਇੰਟ, ਹੈਜਮੋਨਿਕ regimes reduce public, hegemonic regimes reduce public contestation, contestation। दूसरा हैगा पॉइंट ਇਹਦੇ ਵਿੱਚ inequalities increase the chance of comparative politics, the chance of comparative politics will displace hegemony।
will displace hegemony। ਇਹਦੇ ਵਿੱਚ ਹੁਣ ਜਿਹੜਾ ਹੈਗਾ चौथा पॉइंट है वो लिखो हिंदी के ਵਿੱਚ समानताएं और असमानताएं, समानताएं और असमानताएं चौथे का पहला पॉइंट। अधिपत्य, अधिपत्य शासन सार्वजनिक प्रतिस्पर्धा को कम करता है। अधिपत्य शासन सार्वजनिक प्रतिस्पर्धा को कम करता है। दूसरा, असमानताओं की संभावना बढ़ जाती है, असमानताओं की संभावना बढ़ जाती है। तुलनात्मक राजनीति, तुलनात्मक राजनीति अधिपत्य को विस्थापित कर देगी, विस्थापित कर देगी। अगला पॉइंट होने अगला पॉइंट होगी सबकल्चर्स, क्लीवेज पैटर्न्स एंड गवर्नमेंट effectiveness and government effectiveness। ठीक है जी, इन हिंदी लिखो उप सभ्याचार, उप संस्कृति, कॉमा उसके साथ संबंधित, उसके साथ संबंधित नमूने और सरकारी कार्यशीलता, और सरकारी कार्यशीलता। ठीक है, अगला 6वां पॉइंट मैंने इंग्लिश लिख लो। द बिलीव्स ऑफ पॉलिटिकल एक्टिविस्ट treat them as major independent variables, major independent variables। ठीक है, राजनीतिक कर्मियों द्वारा स्थापित विश्वास, राजनीतिक कर्मियों द्वारा स्थापित विश्वास, दो बिंदियां पाओ, उन सारे महत्वपूर्ण, ये सारे महत्वपूर्ण विशेषताओं में सम्मिलित है, विशेषताओं में सम्मिलित है। ठीक है जी, लास्ट पॉइंट 7th पॉइंट फॉरेन कंट्रोल, दो बिंदियां, फॉरेन डोमिनेशन can affect all the conditions, can affect all the conditions and alter available options, and alter available options। ठीक है जी, इनको लिखो विदेशी नियंत्रण, विदेशी नियंत्रण, दो बिंदियां, विदेशी प्रभुत्व उन सारी व्यवस्थाओं को प्रभावित करेगा और नए विकल्पों और नए विकल्प देगा, ठीक है जी। ये 7 ਜਿਹੜੇ ਪੁਆਇੰਟ ਮੈਂ ਤੁਹਾਨੂੰ ਦਿਖਾਏ ਆ, ਇਹ ਪੁਲਾਰ की बहुशासनीय व्यवस्था ਨੂੰ अगर ਅਸੀਂ ਸਥਾਪਿਤ करना है तो ਇਹ 7 ਕੰਡੀਸ਼ਨਾਂ ਨੂੰ ਜਿਹੜਾ ਹੈਗਾ ਉਹ ਮੰਨਣਾ ਪਊਗਾ, ਤਾਂ ਹੀ बहुशासनीय व्यवस्था ਜਿਹੜੀ ਹੈ ਉਹਦੀ ਜਿਹੜੀ ਹੈ ਸਥਾਪਨਾ ਜਿਹੜੀ ਹੈ
ਹੁਣ मैं पंजाबी वाला जोड़ा है वो मैं लिखाना है पंजाबी वाला नहीं। एक मिनट मैं डॉक्यूमेंट दोबारा जोड़ा है शेयर करन लगा। मैं दोबारा जोड़ा है शेयर करन लगा है। बच्चों लास्ट ਜਿਹੜਾ ਆਪਾਂ ਹਿੰਦੀ ਵਾਲਿਆਂ ਨੇ ਲਿਖ ਲਿਆ ਹੈਗਾ ਹੁਣ ਪੰਜਾਬੀ ਵਾਲੇ ਜਿਹੜੇ ਵਿਦਿਆਰਥੀ ਹੈ ਉਹ ਜਿਹੜੀਆਂ ਰੋਬਰਟ ਡਾਹਲ ਨੇ ਜਿਹੜੀਆਂ 7 ਕੰਡੀਸ਼ਨਾਂ ਦਿੱਤੀਆਂ ਹੈ ਜਿਹਨੂੰ ਮੰਨਦਿਆਂ ਹੋਇਆਂ ਜਿਹੜਾ ਹੈ ਪੁਲਾਰਕੀ ਜਿਹੜੀ ਹੈ ਉਹ ਸਕਸੈਸਫੁਲ ਹੋ ਸਕਦੀ ਹੈ ਉਹ ਅਸੀਂ ਹੁਣ ਪੰਜਾਬੀ ਦੇ ਵਿੱਚ ਲਿਖਾਂਗੇ। ਔਰ ਪੰਜਾਬੀ ਵਾਲੇ ਹੈਡਿੰਗ ਲਿਓ ਡਾਹਲ ਦੇ ਪੁਲਾਰਕੀ ਲਈ 7 ਅਵਸਥਾਵਾਂ ਹਨ। ਡਹਿਲ ਦੇ ਪੁਲਾਰਕੀ ਲਈ 7 ਅਵਸਥਾਵਾਂ ਹਨ। ऐसा लिखो डहल की पुलारकी लई 7 अवस्था डहल ने अपनी पुस्तक डेमोक्रेसी एंड क्रिटिक्स डेमोक्रेटिक एंड इट्स क्रिटिक्स जो कि 1989 में प्रकाशित हुई थी विच बहुशासनीय व्यवस्था लई 7 अवस्थावां दा वर्णन किया है। 7 अवस्थावां दा वर्णन किया है। ਹੁਣ एक गल बच्चों ध्यान नाल सुनो कि जो मैं हिंदी वाले ਨੂੰ लिखा रहा सी उस ਵੇਲੇ मैं इंग्लिश ਦੇ ਵਿੱਚ ਇੱਕ ਵਾਰੀ ਜਿਹੜਾ ਹੈਗਾ ਡਿਕਟੇਟ ਕਰ ਚੁੱਕਾ ਹਾਂ। तो सो इंग्लिश वाला ਜਿਹੜਾ ਪਾਰਟ ਹੈ ਉਹ ਲਿਖ ਲਿਓ ਤੇ मैं ਹੁਣ ਸਿਰਫ ਜਿਹੜੀਆਂ ਕੰਡੀਸ਼ਨਸ ਹੈ ਉਹ ਪੰਜਾਬੀ ਦੇ ਵਿੱਚ ਸਿਰਫ ਜਿਹੜਾ ਹੈ ਉਹਨਾਂ ਨੂੰ ਤੁਹਾਨੂੰ ਦਿਖਾਉਂਗਾ। ठीक है जी। पहला पॉइंट ਇਹਦੇ ਵਿੱਚ ਹੈਗਾ इतिहासिक लड़ी एक स्वतंत्र राष्ट्र राज ਦੇ ਅੰਦਰ शांतिमयी विकास ਤੇ ਜ਼ਿਆਦਾ ਲਗੇ। 2 समाजिक आर्थिक आर्डर 3 ਦਾ एकाधिकार 2 बिंदियां एक देश ਵਿੱਚ एक मुकाबले वाली सरकार कायम नहीं रखी जा सकती जिथे फौजी बल की दखल अंदाजी करन ते आदि जिथे फौजी बल की दखल अंदाजी करन ते आदि हैं। तीसरा पॉइंट ਇਹਦੇ ਵਿੱਚ ਹੈਗਾ समाजिक आर्थिक आर्डर विकास का पद्धर ठीक है। ਇਹਦੇ ਵਿੱਚ ਜਿਹੜਾ तीसरा पॉइंट है ਉਹਦੇ ਅੱਗੇ सब पॉइंट्स ਹੈਗੇ। पहला सब पॉइंट साक्षरता सिक्ख्या संचार प्रदान करो ठीक है जी। ਹੁਣ ਇਹਦੇ ਵਿੱਚ ਜਿਹੜਾ दूसरा पॉइंट ਹੈਗਾ एक बहुलवादी समाजिक व्यवस्था बनाओ असमानतावां ਨੂੰ रोकना। ये 3 पॉइंट ਸੀਗੇ। तीसरे ਦੇ ਵਿੱਚ 3 सब पॉइंट ਨੇ ਉਹ ਮੈਂ ਤੁਹਾਨੂੰ ਦਿਖਾਏ। ਹੁਣ तीसरा पॉइंट लिखो असमानतावां ਨੂੰ रोकना। ये हो गया सॉरी चौथा पॉइंट लिखो समानतावां ते असमानतावां वो पहले कट दियो समानतावां ते असमानतावां ठीक है। और मौलिक शासन जनतक
ਹਾਰਮੋਨਿਕ ਸ਼ਾਸਨ ਜਨਤਕ ਪ੍ਰਤੀਯੋਗਿਤਾ ਨੂੰ ਘਟਾਉਂਦਾ ਹੈ, ਦੂਸਰਾ असमानतावां तुलनात्मक राजनीति ਦੇ ਅਧਿਕਾਰ ਨੂੰ ਦੂਰ ਕਰੇਗੀ ਭਾਵਾਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹੁਣ ਪੰਜਵਾਂ ਪੁਆਇੰਟ ਇਹਦੇ ਵਿੱਚ ਹੈਗਾ ਉਪ ਸੱਭਿਆਚਾਰ ਚੀਰਾ ਪੈਟਰਨ ਅਤੇ ਸਰਕਾਰੀ ਪ੍ਰਭਾਵਸ਼ੀਲਤਾ ਰਾਜਨੀਤਿਕ ਕਾਮਿਆਂ ਨੂੰ ਮਾਨਤਾ ਗੋਬਿੰਦੀਆਂ ਉਹਨਾਂ ਨੂੰ ਪ੍ਰਮੁੱਖ ਸੁਤੰਤਰ ਪਰਿਵਰਤਨ ਮੰਨੋ ਲਾਸਟ ਪੁਆਇੰਟ ਹੈਗਾ ਇਹਦੇ ਵਿੱਚ ਛੇਵਾਂ ਪੁਆਇੰਟ ਹੈਗਾ ਇਹਦੇ ਵਿੱਚ ਰਾਜਨੀਤਿਕ ਛੇਵਾਂ ਪੁਆਇੰਟ ਹੋ ਗਿਆ ਜੀ छेवां पॉइंट दोबारा लिखो उनको कट दो राजनीतिक कामियां दे विश्वासां ਨੂੰ मान्यता राजनीतिक कामियां दे विश्वासां ਨੂੰ मान्यता ਅਤੇ ਉਹਨਾਂ ਦੀ ਪ੍ਰਮੁੱਖ ਸੁਤੰਤਰਤਾ ਪਰਿਵਰਤਨ ਦੇ ਮਾਨਕ ਲਾਸਟ ਪੁਆਇंट के सतवां विदेशी नियंत्रण लो डॉट विदेशी हुकूमत सारियां शर्तां नूं प्रभावित कर सकती है उपलब्धता विकल्पां नूं बदल सकती है इनको आप कंक्लूड करांगे रॉबर्ट डाहल दे फुलारकी या बहुशासन के विचारां नूं पढ़न तो बाद असीं ये कह सकते हाँ कि रॉबर्ट डाहल ने बहुशासनीय व्यवस्था दे अध्ययन दे सारे आयामां दा गहरा चिंतन सारे आयाम उसके गहरे चिंतन का नतीजा सन उन्हें अमरीका दे विच बहुशासनीय व्यवस्था एक संस्था दे विच एक समाज दे विच एक राष्ट्र दे विच किहड़ियां शर्तां राਹੀਂ स्थापित किया जा सकता है किहड़ियां शर्तां राਹੀਂ स्थापित किया जा सकता है उसका वर्णन किया है डहल ने अपनी पुस्तक प्रीफेस टू डेमोक्रेटिक थ्योरी विच 8 ਇਹੋ ਜਿਹੀਆਂ ਵਿਵਸਥਾਵਾਂ ਜਾਂ ਸ਼ਰਤਾਂ ਦਾ वर्णन किया है जिसके राही ਅਸੀਂ ਕਿਸੇ ਵੀ ਸੰਸਥਾ ਵਿੱਚ बहुशासन ਨੂੰ ਨਾਪ ਸਕਦੇ
ਨਾਪ ਸਕਦੇ ਹਾਂ ਅਤੇ ਇਸ ਦੇ ਇਹਨਾਂ 8 ਸ਼ਰਤਾਂ ਨੂੰ ਲਾਗੂ ਕਰਨ ਤੋਂ ਬਾਅਦ ਬਹੁਸ਼ਾਸਨੀय ਵਿਵਸਥਾ ਦਾ ਇੱਕ ਸੰਸਥਾ ਵਿੱਚ ਇੱਕ ਸੰਸਥਾ ਉੱਤੇ ਕੀ ਪ੍ਰਭਾਵ ਪੈਂਦਾ ਹੈ, ਇਹਦੇ ਬਾਰੇ ਵੀ ਚਰਚਾ ਕੀਤੀ ਹੈ। ठीक है। इसी तरह डारा ने अपनी दूसरी पुस्तक डेमोक्रेटिक एंड इट्स क्रिटिक्स विच बहुशासनीय व्यवस्था दी विशेषताएं ਅਤੇ ਇਸ ਦੇ ਨਾਲ ਸਖਤ ਇਹੋ ਜਿਹੀਆਂ ਸ਼ਰਤਾਂ ਦਾ ਵਰਣਨ ਕੀਤਾ ਹੈ ਜਿਹਦੇ ਰਾਹੀਂ ਬਹੁਸ਼ਾਸਨੀ ਵਿਵਸਥਾ ਨੂੰ ਇੱਕ ਸੰਸਥਾ ਵਿੱਚ ਕਾਇਮ ਕੀਤਾ ਜਾ ਸਕਦਾ ਹੈ। ਅਗਰ ਅਸੀਂ ਇਹਨਾਂ ਸਭ ਵਿਵਸਥਾਵਾਂ ਨੂੰ ਚੰਗੀ ਤਰ੍ਹਾਂ ਨਾਲ ਲਾਗੂ ਕਰਾਂਗੇ ਤਾਂ ਉਸ ਸੰਸਥਾ, ਉਸ ਸਮਾਜ, ਉਸ ਰਾਸ਼ਟਰ ਦੇ ਵਿੱਚ ਬਹੁਸ਼ਾਸਨੀ ਵਿਵਸਥਾ ਨੂੰ ਲਾਗੂ ਕਰਨ ਦੇ ਵਿੱਚ ਮਦਦ ਸੋ ਇਹਦੇ ਨਾਲ ਤੁਹਾਡਾ ਇਹ ਟੌਪਿਕ ਜਿਹੜਾ ਹੈ ਖਤਮ ਹੁੰਦਾ ਹੈ। ਅਸੀਂ ਜਿਹੜਾ ਇਹ ਟੌਪਿਕ ਹੈਗਾ ਹੈ ਇਹ 6 ਲੈਕਚਰਸ ਦੇ ਵਿੱਚ ਕਵਰ ਕੀਤਾ, ਮੈਂ ਬੜਾ ਤੁਹਾਨੂੰ ਡਿਟੇਲ ਦੇ ਵਿੱਚ ਕਰਾਇਆ ਹੈਗਾ, ਤਾਂ ਸਾਰੇ ਸਟੂਡੈਂਟਸ ਧਿਆਨ ਨਾਲ ਸੁਣਨ। एक क्वेश्चन जिहड़ा लिख के है तुसीं मैनूं PDF ਇਹਦੀ ਜਿਹੜੀ ਹੈਗੀ ਹੈ ਉਹ ਪਾਣੀ ਹੈਗੀ ਹੈ WhatsApp ਗਰੁੱਪ ਦੇ ਵਿੱਚ। ਇੱਕ ਦੋ ਦਿਨਾਂ ਦੇ ਵਿੱਚ ਕੁਐਸਚਨ ਮੈਨੂੰ ਕਰਕੇ ਜਿਹੜਾ ਹੈਗਾ ਉਹ ਤੁਸੀਂ PDF ਉਹਦੀ ਜਿਹੜੀ ਹੈਗੀ ਹੈ ਉਹ ਪਾਣਾ, ਠੀਕ ਹੈ ਜੀ। ਤੇ ਅੱਜ ਦਾ ਮੈਂ ਲੈਕਚਰ ਜਿਹੜਾ ਹੈ ਇੱਥੇ ਜਿਹੜਾ ਹੈਗਾ ਖਤਮ ਕਰਦਾ ਹਾਂ। ਕੱਲ ਦੇ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਮਤਲਬ ਜਿਹੜਾ ਆਉਣ ਵਾਲਾ ਕੱਲ ਹੈ ਉਸ ਲੈਕਚਰ ਦੇ ਵਿੱਚ ਅਸੀਂ ਜਿਹੜਾ ਹੈ ਪਾਰਟਿਸਿਪੇਟਰੀ ਦੀ ਹੈਗੀ ਡੈਮੋਕ੍ਰੇਸੀ ਉਹਦੇ ਉੱਤੇ ਚਰਚਾ ਕਰਾਂਗੇ। ਇਹ ਟੌਪਿਕ ਜਿਹੜਾ ਹੈਗਾ ਤੁਹਾਨੂੰ ਮੈਂ 2 ਲੈਕਚਰਸ ਦੇ ਵਿੱਚ ਜਿਹੜਾ ਹੈਗਾ ਕਵਰ ਜਿਹੜਾ ਕਰਾਵਾਂਗਾ, ਇਹਨੂੰ ਸਮਝਾਵਾਂਗਾ ਪਹਿਲੇ, ਫਿਰ ਮੈਂ ਤੁਹਾਨੂੰ ਇਹਨੂੰ ਦਿਖਾਵਾਂਗਾ ਜਾਂ ਮੈਂ ਤੁਹਾਨੂੰ ਇਹਦੇ ਜਿਹੜੇ ਨੋਟਸ ਹੈ ਉਹ PDF ਦੀ ਜਿਹੜੀ ਹੈ ਉਹ ਮੈਂ ਤੁਹਾਨੂੰ WhatsApp ਗਰੁੱਪ ਦੇ ਵਿੱਚ ਜਿਹੜਾ ਹੈ ਭੇਜ ਦੇਵਾਂਗਾ ਤਾਂ ਕਿ ਸਾਡਾ ਥੋੜਾ ਜਿਹਾ ਟਾਈਮ ਜਿਹੜਾ ਹੈਗਾ सेव हो जाए। दिखाने में टाइम काफ़ी जोड़ा है लग जाता, मैं इन्हू समझा के तुहानू जी वीडियो है मैं पा दूँगा। वैसे थोड़ी किताब के भी जोड़ा है डिटेल के क्वेश्चन है, ठीक है। थैंक यू फॉर अटेंडिंग माई क्लास।